ਹੈਲੋ ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਮੈਨੂੰ ਦੇਖਿਆ ਸੀ 2 ਟਰਮ ਸਮਝਾਉਣ, ਇੱਕ ਡੀਮਡ ਡਾਇਰੈਕਟਰਸ ਅਤੇ ਸੈਕਿੰਡ ਇਜ਼ ਡਿਜੀਟਲ ਸਿਗਨੇਚਰ ਸਰਟੀਫਿਕੇਟ। ਤਾਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਡੀਮਡ ਡਾਇਰੈਕਟਰਸ ਬਾਰੇ। ਦੇਖੋ ਜਿਹੜੇ ਡਾਇਰੈਕਟਰਸ ਨੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ, 3 ਤਰ੍ਹਾਂ ਦੇ ਹੁੰਦੇ ਨੇ ਬੇਸਿਕਲੀ ਇਹ। ਇੱਕ ਹੁੰਦੇ ਆ ਐਗਜ਼ੀਕਿਊਟਿਵ ਡਾਇਰੈਕਟਰਸ, ਇੱਕ ਹੁੰਦੇ ਨੋਨ ਐਗਜ਼ੀਕਿਊਟਿਵ ਡਾਇਰੈਕਟਰਸ ਅਤੇ ਥਰਡ ਹੁੰਦੇ ਆ ਡੀਮਡ ਡਾਇਰੈਕਟਰਸ। ਠੀਕ ਹੈ, ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਐਗਜ਼ੀਕਿਊਟਿਵ ਡਾਇਰੈਕਟਰਸ ਕਿਹੜੇ ਹੁੰਦੇ ਆ। ਐਗਜ਼ੀਕਿਊਟਿਵ ਡਾਇਰੈਕਟਰਸ ਉਹ ਡਾਇਰੈਕਟਰਸ ਹੁੰਦੇ ਨੇਗੇ ਜਿਹੜੇ ਕੰਪਨੀ ਦੇ ਇੱਕ ਤਰ੍ਹਾਂ ਦੇ ਕੀ ਹੁੰਦੇ ਨੇ, ਇੰਪਲੋਈਜ਼ ਹੁੰਦੇ ਨੇ। ਠੀਕ ਹੈ, ਇਹ ਉਹ ਡਾਇਰੈਕਟਰਸ ਹੁੰਦੇ ਨੇ ਜੋ ਹਰ ਟਾਈਮ ਕੰਪਨੀ ਲਈ ਕੀ ਰਹਿੰਦੇ ਨੇ, ਐਕਟਿਵ ਰਹਿੰਦੇ ਨੇ। ਮਤਲਬ ਕਿ ਕੋਈ ਵੀ ਕੰਪਨੀ ਦਾ ਮੇਜਰ ਡਿਸੀਜ਼ਨ ਲੈਣਾ ਹੈ, ਕੁਛ ਵੀ ਕਰਨਾ ਕੰਪਨੀ ਦਾ, ਠੀਕ ਹੈ, ਕੁਛ ਵੀ ਮੀਟਿੰਗਸ ਵਗੈਰਾ ਕਰਨੀਆਂ ਨੇ, ਕੁਛ ਵੀ ਕਰਨਾ ਤਾਂ ਕੌਣ ਕਰਦੇ ਨੇਗੇ, ਉਹ ਐਗਜ਼ੀਕਿਊਟਿਵ ਡਾਇਰੈਕਟਰਸ ਕਰਦੇ ਨੇਗੇ। ਮਤਲਬ ਕਿ ਇੱਕ ਤਰ੍ਹਾਂ ਦਾ ਇਹ ਪਿੱਲਰ ਹੁੰਦੇ ਨੇ ਕਿਹਦਾ, ਕੋਈ ਵੀ ਕੰਪਨੀ ਦਾ। ਕੋਈ ਵੀ ਕੰਪਨੀ ਨੇ ਕੁਛ ਵੀ ਆਪਣਾ ਇੰਪੋਰਟੈਂਟ ਡਿਸੀਜ਼ਨ ਲੈਣਾ, ਕੁਛ ਵੀ ਕਰਨਾ ਤਾਂ ਕੌਣ ਲੈਂਦਾ, ਐਗਜ਼ੀਕਿਊਟਿਵ ਡਾਇਰੈਕਟਰਸ ਲੈਂਦੇ ਆ। ਅਤੇ ਨੋਨ ਐਗਜ਼ੀਕਿਊਟਿਵ ਡਾਇਰੈਕਟਰਸ ਕੀ ਹੁੰਦੇ ਆ, ਇਹ ਇਨਐਕਟਿਵ ਡਾਇਰੈਕਟਰਸ ਹੁੰਦੇ ਆ। ਠੀਕ ਹੈ, ਇਨਐਕਟਿਵ ਡਾਇਰੈਕਟਰਸ ਇਨ ਦਾ ਸੈਂਸ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਡਾਇਰੈਕਟਰਸ ਦੀ ਇੰਨੀ ਇੰਟਰਫੇਅਰੈਂਸ ਨਹੀਂ ਹੁੰਦੀ ਕੰਪਨੀ ਦੇ ਵਿੱਚ। ਜਸਟ ਇਹ ਕੀ ਹੈ, ਮੀਟਿੰਗਸ 'ਤੇ ਕੀ ਹੈ ਆਪਣਾ ਥੋੜ੍ਹਾ ਜਿਹਾ ਕੀ ਹੈ ਰੋਲ ਪਲੇ ਕਰਦੇ ਆ, ਅਦਰਵਾਈਜ਼ ਉਹਨਾਂ ਦਾ ਕੋਈ ਇੰਨਾ ਮੇਨ ਕੋਈ ਮਤਲਬ ਕਿ ਰੋਲ ਨਹੀਂ ਹੈਗਾ। ਕੰਪਨੀ ਐਕਟ 2013 ਦੇ ਵਿੱਚ ਵੀ ਨੋਨ ਐਗਜ਼ੀਕਿਊਟਿਵ ਡਾਇਰੈਕਟਰਸ ਨੂੰ ਕਿਤੇ ਵੀ ਕੀ ਹੈ ਡਿਫਾਈਨਡ ਨਹੀਂ ਕੀਤਾ ਗਿਆ। ਬਸ ਇਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਇਨਐਕਟਿਵ ਡਾਇਰੈਕਟਰਸ ਕਹਿ ਸਕਦੇ ਹਾਂ। ਆਪਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਤੁਹਾਨੂੰ ਐਗਜ਼ੀਕਿਊਟਿਵ ਡਾਇਰੈਕਟਰਸ ਦੇ ਵਿੱਚ ਦੱਸਿਆ ਸੀਗਾ ਵੀ ਐਕਟਿਵ ਡਾਇਰੈਕਟਰਸ ਨੇਗੇ। ਰਿਲਾਇੰਸ ਕੰਪਨੀ ਸਾਰਿਆਂ ਨੂੰ ਪਤਾ ਹੀ ਹੈ ਕਿੰਨੀ ਫੇਮਸ ਕੰਪਨੀ ਹੈ, ਤਾਂ ਉਸਦਾ ਜੋ ਮੇਨ ਡਾਇਰੈਕਟਰਸ ਦੇ ਵਿੱਚ ਹੈ ਮੁਕੇਸ਼ ਅੰਬਾਨੀ। ਠੀਕ ਹੈ, ਜਿਹੜਾ ਆਪਾਂ ਉਹਨੂੰ ਕਹਿੰਦੇ ਹਾਂ ਵੀ ਮਤਲਬ CEO ਹੈ, ਉਹ ਚੀਫ ਐਗਜ਼ੀਕਿਊਟਿਵ ਆਫਿਸਰਸ ਟਾਈਪ ਆਪਾਂ ਕਹਿੰਦੇ ਵੀ ਇਹ ਮੇਨ ਡਾਇਰੈਕਟਰ ਹੈ। ਤਾਂ ਜਿਹੜਾ ਮੁਕੇਸ਼ ਅੰਬਾਨੀ ਹੈ ਉਹ ਕੌਣ ਹੈ, ਕੰਪਨੀ ਦਾ ਮੇਨ ਡਾਇਰੈਕਟਰ ਹੈ, ਐਕਟਿਵ ਡਾਇਰੈਕਟਰ। ਮਤਲਬ ਕਿ ਸਾਰੇ ਦੇ ਸਾਰੇ ਡਿਸੀਜ਼ਨਸ ਕੌਣ ਲੈ ਰਿਹਾ, ਮੁਕੇਸ਼ ਅੰਬਾਨੀ। ਅਤੇ ਜਿਹੜੀ ਉਸਦੀ ਵਾਈਫ ਹੈ ਨੀਤਾ ਅੰਬਾਨੀ, ਉਹ ਕੌਣ ਹੈ, ਨੋਨ ਐਗਜ਼ੀਕਿਊਟਿਵ ਡਾਇਰੈਕਟਰਸ। ਮਤਲਬ ਕਿ ਮੁਕੇਸ਼ ਅੰਬਾਨੀ ਇਜ਼ ਦ ਐਗਜ਼ੀਕਿਊਟਿਵ ਡਾਇਰੈਕਟਰ ਫॉर ਦ ਰਿਲਾਇੰਸ ਕੰਪਨੀ ਐਂਡ ਦ ਨੀਤਾ ਅੰਬਾਨੀ ਇਜ਼ ਦ ਨੋਨ ਐਗਜ਼ੀਕਿਊਟਿਵ ਡਾਇਰੈਕਟਰ। ਅਤੇ ਹੁਣ ਜਿਵੇਂ ਤੁਸੀਂ ਪੁੱਛਿਆ ਸੀ ਡੀਮਡ ਡਾਇਰੈਕਟਰਸ, ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਡੀਮਡ ਡਾਇਰੈਕਟਰਸ ਆਰ ਆਲਸੋ ਕੋਲਡ ਐਜ਼ ਸ਼ੈਡੋ ਡਾਇਰੈਕਟਰਸ। ਡੀਮਡ ਡਾਇਰੈਕਟਰਸ ਨੂੰ ਸ਼ੈਡੋ ਡਾਇਰੈਕਟਰਸ ਵੀ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਹੁਣ ਪੇਪਰ ਦੇ ਵਿੱਚ ਆਪਾਂ ਨੂੰ ਇਹ ਵੀ ਪੁੱਛ ਸਕਦੇ ਹਾਂ ਵੀ ਸ਼ੈਡੋ ਡਾਇਰੈਕਟਰਸ ਦੱਸੋ ਜਾਂ ਡੀਮਡ, ਤਾਂ ਆਪਾਂ ਨੂੰ ਦੋਨੋਂ ਪਤਾ ਹੋਣਾ ਚਾਹੀਦਾ ਵੀ ਦੋਨਾਂ ਨੂੰ ਕੀ ਹੈ ਆਪਾਂ ਸਾਈਮਲਟੇਨੀਅਸਲੀ ਯੂਜ਼ ਕਰ ਸਕਦੇ ਹਾਂ। ਅਤੇ ਹੁੰਦੇ ਕੌਣ ਨੇਗੇ ਦੀ ਡੀਮਡ ਡਾਇਰੈਕਟਰਸ, ਦੇਖੋ ਇਹਨਾਂ ਨੂੰ ਕਦੇ ਵੀ ਕੀ ਹੈ ਫੋਰਮਲੀ ਅਪੁਆਇੰਟ ਨਹੀਂ ਕੀਤਾ ਜਾਂਦਾ। ਮਤਲਬ ਕਿ ਜਿਵੇਂ ਹੁਣ ਕੋਈ ਵੀ ਕੰਪਨੀ ਦਾ ਕੋਈ ਡਾਇਰੈਕਟਰ ਬਣਾਉਣਾ ਹੁੰਦਾ ਤਾਂ ਆਪਾਂ ਉਸਦੀ ਕੁਆਲੀਫਿਕੇਸ਼ਨ ਸਕਿੱਲ ਦੇ ਅਕੋਰਡਿੰਗ ਉਹਨੂੰ ਅਪੁਆਇੰਟ ਕਰਦੇ ਹਾਂ। ਬਟ ਜਿਹੜੇ ਡੀਮਡ ਡਾਇਰੈਕਟਰਸ ਨੇ ਉਹਨੂੰ ਫੋਰਮਲੀ ਕਦੇ ਵੀ ਅਪੁਆਇੰਟ ਨਹੀਂ ਕੀਤਾ ਜਾਂਦਾ ਹੁੰਦਾ। ਤਾਂ ਫਿਰ ਇਹ ਹੁੰਦੇ ਕੌਣ ਨੇ, ਐਜ਼ ਪਰ ਸੈਕਸ਼ਨ 59 as per section 2 subsection 59 any officer can be a deemed director। ਮਤਲਬ ਕਿ ਜੋ ਕੰਪਨੀ ਦੇ ਨਾਲ ਆਲਰੇਡੀ ਆਫਿਸਰਸ ਵਗੈਰਾ ਜੁੜੇ ਹੋਏ ਨੇ ਉਹ ਕੀ ਹੈ ਡੀਮਡ ਡਾਇਰੈਕਟਰਸ ਹੋ ਸਕਦੇ ਨੇਗੇ। ਇਹਨਾਂ ਡਾਇਰੈਕਟਰਸ ਦਾ, ਇਹਨਾਂ ਆਫਿਸਰਸ ਦਾ ਕੀ ਮੇਨ ਕੰਮ ਹੁੰਦਾ, ਟੂ ਫਿਕਸ ਲਾਇਬਿਲਿਟੀ। ਇੱਕ ਤਾਂ ਜੇ ਕੋਈ ਵੀ ਕੰਪਨੀ ਦੀ ਲਾਇਬਿਲਿਟੀ ਅਰਾਈਜ਼ ਹੋ ਰਹੀ ਹੁੰਦੀ ਤਾਂ ਇਹਨਾਂ ਨੂੰ ਫਿਕਸ ਕਰਦੇ ਨੇ। ਹੋਰ ਕੀ ਕਰਦੇ ਨੇ ਡੀਮਡ ਡਾਇਰੈਕਟਰਸ, ਉਹ ਕੀ ਕਰਦੇ ਨੇ ਬੋਰਡ ਆਫ ਡਾਇਰੈਕਟਰਸ ਨੂੰ ਕੀ ਕਰਦੇ ਨੇਗੇ, ਅਕਸਟਮਡ ਕਰਦੇ ਨੇ ਕਾਹਦੇ ਲਈ, ਟੂ ਐਕਟ। ਦਿਸ ਇਜ਼ ਅ ਮੋਸਟ ਇੰਪੋਰਟੈਂਟ ਲਾਈਨ। ਇਹ ਲਾਈਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਵੀ ਜਿਹੜੇ ਡੀਮਡ ਡਾਇਰੈਕਟਰਸ ਨੇ ਉਹ ਬੋਰਡ ਆਫ ਡਾਇਰੈਕਟਰਸ ਨੂੰ ਕੀ ਕਰਦੇ ਨੇ, ਅਕਸਟਮਡ ਕਰਦੇ ਨੇ ਕੀ ਕਰਨ ਦੇ ਲਈ, ਐਕਟ ਕਰਨ ਦੇ ਲਈ। ਮਤਲਬ ਕਿ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਇਹ ਵਾਲਾ ਕੰਮ ਆਪਣਾ ਇਸ ਤਰ੍ਹਾਂ ਨਾਲ ਕਰੋ। ਜੇ ਕੋਈ ਵੀ ਆਫਿਸਰ, ਕੋਈ ਵੀ ਡੀਮਡ ਡਾਇਰੈਕਟਰ ਕੁਛ ਵੀ ਗਲਤ ਕਰਦਾ ਤਾਂ ਲਾਇਬਲ ਹੁੰਦਾ ਪਨਿਸ਼ਮੈਂਟ ਦੇ ਲਈ। ਮਤਲਬ ਕਿ ਉਸਨੂੰ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੁੰਦੀ ਐਜ਼ ਪਰ ਸੈਕਸ਼ਨ 2 ਸਬਸੈਕਸ਼ਨ 60। ਤਾਂ ਹੁਣ ਸਿੰਪਲ ਵਰਡਿੰਗ ਦੇ ਵਿੱਚ ਜੇ ਗੱਲ ਕਰੀਏ ਆਪਾਂ ਕਿਤੇ ਵੀ ਡਾਇਰੈਕਟਰਸ 3 ਤਰ੍ਹਾਂ ਦੇ ਹੁੰਦੇ ਆ, ਐਗਜ਼ੀਕਿਊਟਿਵ ਡਾਇਰੈਕਟਰਸ, ਨੋਨ ਐਗਜ਼ੀਕਿਊਟਿਵ ਡਾਇਰੈਕਟਰਸ ਅਤੇ ਡੀਮਡ ਡਾਇਰੈਕਟਰਸ। ਐਗਜ਼ੀਕਿਊਟਿਵ ਡਾਇਰੈਕਟਰਸ ਉਹ ਡਾਇਰੈਕਟਰਸ ਨੇ ਜੋ ਐਕਟਿਵ ਡਾਇਰੈਕਟਰਸ ਨੇ, ਜੋ ਮੇਨ ਰੋਲ ਪਲੇ ਕਰ ਰਹੇ ਨੇ। ਨੋਨ ਐਗਜ਼ੀਕਿਊਟਿਵ ਇਨਐਕਟਿਵ ਡਾਇਰੈਕਟਰਸ ਮਤਲਬ ਕਿ ਜੋ ਮੀਟਿੰਗਸ ਵਗੈਰਾ ਹੀ ਦੇਖਦੇ ਨੇ, ਅਦਰਵਾਈਜ਼ ਇਹਨਾਂ ਦਾ ਕੋਈ ਰੋਲ ਨਹੀਂ ਹੁੰਦਾ। ਅਤੇ ਜੋ ਡੀਮਡ ਡਾਇਰੈਕਟਰਸ ਨੇ ਇਹਨਾਂ ਨੂੰ ਸ਼ੈਡੋ ਡਾਇਰੈਕਟਰਸ ਕਹਿੰਦੇ ਨੇ। ਇਹਨਾਂ ਨੂੰ ਕਦੇ ਵੀ ਫੋਰਮਲੀ ਅਪੁਆਇੰਟ ਨਹੀਂ ਕੀਤਾ ਜਾ ਸਕਦਾ। ਕੰਪਨੀ ਦੇ ਨਾਲ ਜੋ ਪਹਿਲਾਂ ਹੀ ਆਫਿਸਰਸ ਵਗੈਰਾ ਜੁੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਡੀਮਡ ਡਾਇਰੈਕਟਰ ਹੁੰਦਾ ਜਾਂ ਡੀਮਡ ਡਾਇਰੈਕਟਰਸ ਹੁੰਦੇ ਆ। ਇਹਨਾਂ ਦਾ ਮੇਨ ਕੰਮ ਹੁੰਦਾ ਲਾਇਬਿਲਿਟੀ ਨੂੰ ਫਿਕਸ ਕਰਨਾ, ਬੋਰਡ ਆਫ ਡਾਇਰੈਕਟਰਸ ਨੂੰ ਅਕਸਟਮਡ ਕਰਨਾ ਐਕਟ ਕਰਨ ਦੇ ਲਈ। ਅਤੇ ਜੇ ਕੋਈ ਵੀ ਕੁਛ ਗਲਤ ਕਰਦਾ ਡੀਮਡ ਡਾਇਰੈਕਟਰ ਤਾਂ ਲਾਇਬਲ ਹੁੰਦਾ ਐਜ਼ ਪਰ ਸੈਕਸ਼ਨ 2 ਸਬਸੈਕਸ਼ਨ 60। ਐਂਡ ਦਾ ਨੈਕਸਟ ਟੋਪਿਕ ਇਜ਼ ਡਿਜੀਟਲ ਸਿਗਨੇਚਰ ਸਰਟੀਫਿਕੇਟ। ਦੇਖੋ ਡਿਜੀਟਲ ਸਿਗਨੇਚਰ ਸਰਟੀਫਿਕੇਟ ਕੀ ਹੁੰਦਾ ਹੈ। ਹੁਣ ਆਪਾਂ ਕਹਿੰਦੇ ਹਾਂ ਜਦੋਂ ਆਪਾਂ ਮੰਨ ਲਓ ਬੈਂਕ ਦੇ ਵਿੱਚ ਜਾਂਦੇ ਹਾਂ, ਪਹਿਲਾਂ ਆਪਾਂ ਇਸਦੀ ਇੱਕ ਐਗਜ਼ਾਮਪਲ ਡਿਸਕਸ ਕਰਦੇ ਹਾਂ ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਬੈਂਕ ਦੇ ਵਿੱਚ ਅਸੀਂ ਮੰਨ ਲਓ ਆਪਣਾ ਚੈੱਕ ਲਗਾਇਆ, ਅਸੀਂ ਮਨੀ ਵਿਡਰੋ ਕਰਨੀ ਹੈ ਤਾਂ ਉਸ 'ਤੇ ਸਾਡੇ ਕੀ ਕਰਨੇ ਜ਼ਰੂਰੀ ਹੁੰਦੇ ਨੇ, ਸਾਈਨ।
ਠੀਕ ਹੈ। ਜਿਵੇਂ ਅਸੀਂ ਉਸ 'ਤੇ ਆਪਣੇ ਸਾਈਨ ਕਰਤੇ ਤਾਂ ਉਹ ਬੈਂਕਰ ਕੀ ਕਰਦਾ ਹੈ, ਆਪਣੇ ਸਾਈਨ ਨੂੰ ਕਿਹਦੇ ਨਾਲ ਮੈਚ ਕਰਦਾ ਹੈ, ਜਿਸ ਟਾਈਮ 'ਤੇ ਆਪਣੇ ਆਪਣਾ ਅਕਾਊਂਟ ਓਪਨ ਕੀਤਾ ਹੁੰਦਾ ਹੈ। ਅਤੇ ਜੋ ਦੋਨੋਂ ਸਾਈਨਸ ਆਪਸ ਦੇ ਵਿੱਚ ਮੈਚ ਹੋ ਜਾਂਦੇ ਨੇ ਤਾਂ ਆਪਣਾ ਚੈੱਕ ਕੀ ਹੋ ਜਾਂਦਾ ਹੈ, ਪਾਸ ਹੋ ਜਾਂਦਾ ਹੈ। ਤਾਂ ਜਦੋਂ ਆਪਾਂ ਚੈੱਕ ਦੇ ਉੱਪਰ ਸਾਈਨ ਕਰਦੇ ਹਾਂ, ਠੀਕ ਹੈ, ਉਹਨਾਂ ਸਾਈਨਸ ਨੂੰ ਕਿਹਦੇ ਨਾਲ ਮੈਚ ਕੀਤਾ ਗਿਆ, ਜਿਹੜੇ ਆਪਾਂ ਨੇ ਪਹਿਲਾਂ ਸਾਈਨ ਕੀਤੇ ਹੋਏ ਸੀਗੇ, ਠੀਕ ਹੈ। ਤਾਂ ਇਸ ਦੇ ਨਾਲ ਆਪਣੀ ਟ੍ਰਾਂਜੈਕਸ਼ਨ ਸਕਸੈਸਫੁਲ ਹੋ ਜੂਗੀ। ਹੁਣ ਮੰਨ ਲਓ ਤੁਸੀਂ ਬੈਂਕ ਦੇ ਵਿੱਚੋਂ ਪੈਸੇ ਕਢਵਾਉਣੇ ਨੇ, ਬਟ ਤੁਸੀਂ ਕੋਈ ਇਹੋ ਜਿਹੀ ਜਗ੍ਹਾ 'ਤੇ ਬੈਠੇ ਹੋ ਜਿੱਥੇ ਤੁਸੀਂ ਕੀ ਹੈ, ਆਪਣੇ ਕੀ ਹੈ, ਫਿਜ਼ੀਕਲੀ ਜਾ ਕੇ ਸਾਈਨ ਨਹੀਂ ਕਰ ਸਕਦੇ, ਤਾਂ ਉੱਥੇ ਤੁਸੀਂ ਕਿਵੇਂ ਕਰੋਗੇ। ਮਤਲਬ ਕਿ ਹੁਣ ਆਪਾਂ ਕਹਿੰਦੇ ਸਾਈਨ ਕਰਕੇ ਦੇ ਦਿਓ, ਸਾਈਨ ਕਰਨ ਲਈ ਬੰਦੇ ਨੂੰ ਖੁਦ ਉੱਥੇ ਹੋਣਾ ਪਊਗਾ ਨਾ। ਸਾਈਨ ਚਾਹੇ ਤੁਸੀਂ ਘਰੇ ਕਰਕੇ ਦੇ ਰਹੇ ਹੋ, ਪਰ ਤੁਸੀਂ ਕਿਤੇ ਨਾ ਕਿਤੇ ਤਾਂ ਹੈਗੇ ਹੋ ਨਾ। ਮੰਨ ਲਓ ਕੋਈ ਪਰਸਨ ਮੁੰਬਈ ਗਿਆ ਹੋਇਆ ਹੈ, ਠੀਕ ਹੈ, ਤਾਂ ਹੁਣ ਜੇ ਉੱਥੇ ਆਪਾਂ ਨੂੰ ਪਤਾ ਮੁੰਬਈ ਦੇ ਵਿੱਚ ਕਿੰਨੇ ਬੈਂਕਸ ਵਗੈਰਾ ਨੇ, ਤਾਂ ਈਜ਼ੀਲੀ ਆਪਣੇ ਸਾਈਨ ਸੁਈਨ ਕਰਕੇ ਕਰਵਾ ਸਕਦਾ ਹੈ। ਬਟ ਮੰਨ ਲਓ ਹੁਣ ਉਹੀ ਪਰਸਨ ਬਹੁਤ ਜ਼ਿਆਦਾ ਕੋਈ ਇਹੋ ਜਿਹੀ ਜਗ੍ਹਾ 'ਤੇ ਗਿਆ ਹੋਇਆ, ਇਹੋ ਜਿਹੀ ਮਤਲਬ ਕਿ ਜਿੱਥੇ ਕੀ ਹੈ ਉਹਦੇ ਤੱਕ ਪਹੁੰਚਣਾ ਪੋਸੀਬਲ ਹੀ ਨਹੀਂ ਹੈਗਾ, ਅਤੇ ਉਹ ਜਿਸ ਜਗ੍ਹਾ 'ਤੇ ਉੱਥੇ ਕੋਈ ਬੈਂਕ ਵਗੈਰਾ ਵੀ ਨਹੀਂ ਹੈਗਾ। ਤਾਂ ਕੀ ਕਰਨਾ ਪੈਂਦਾ ਹੈ, ਇੱਕ ਡਿਜੀਟਲ ਸਿਗਨੇਚਰ ਸਰਟੀਫਿਕੇਟ ਨਾਮ ਦਾ ਕੰਸੈਪਟ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ। ਇਸ ਦੇ ਵਿੱਚ ਕੀ ਕਿਹਾ ਗਿਆ ਸੀਗਾ, ਕਿਸੇ ਵੀ ਪਰਸਨ ਨੂੰ ਸਾਈਨ ਕਰਨ ਦੀ ਲੋੜ ਨਹੀਂ ਹੈਗੀ, ਉਸਨੂੰ ਕੀ ਕੀਤਾ ਜਾਂਦਾ ਹੈ, ਇੱਕ ਨੰਬਰਸ ਦਾ ਪੇਅਰ ਅਲੋਟ ਕੀਤਾ ਜਾਂਦਾ ਹੈ। ਮਤਲਬ ਕਿ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੇ ਵਿੱਚ ਕੀ ਹੁੰਦਾ, ਜੋ ਟਰੈਕਟਰਸ ਵਗੈਰਾ ਹੁੰਦੇ ਨੇਗੇ, ਉਹਨਾਂ ਨੂੰ ਕੀ ਕੀਤਾ ਜਾਂਦਾ ਹੈ, ਇੱਕ ਮਤਲਬ ਕਿ ਨੰਬਰਸ ਦਾ ਪੇਅਰ ਅਲੋਟ ਕੀਤਾ ਜਾਂਦਾ ਹੈ। ਮਤਲਬ ਕਿ ਜੋ ਕਿ ਉਹਨਾਂ ਦੇ ਆਧਾਰ ਕਾਰਡ, ਪੈਨ ਕਾਰਡ ਅਤੇ ਕੰਪਨੀ ਦੇ ਡਾਟਾ ਨਾਲ ਕੀ ਕਰਕੇ ਬਣਿਆ ਹੁੰਦਾ, ਮਿਕਸ ਕਰਕੇ ਬਣਿਆ ਹੁੰਦਾ। ਇਹਨਾਂ ਤਿੰਨਾਂ ਚੀਜ਼ਾਂ ਨਾਲ ਮਿਕਸ ਕਰਕੇ ਕੀ ਬਣਿਆ ਹੁੰਦਾ, ਇੱਕ ਨੰਬਰ ਬਣਾਇਆ ਜਾਂਦਾ ਹੈ, ਠੀਕ ਹੈ। ਜੋ ਡਿਜੀਟਲ ਸਿਗਨੇਚਰ ਹੁੰਦਾ ਹਰ ਇੱਕ ਪਰਸਨ ਦਾ ਅਲੱਗ-ਅਲੱਗ ਹੁੰਦਾ ਹੈ। ਹੁਣ ਮੰਨ ਲਓ 432169 ਇੱਕ ਡਿਜੀਟਲ ਸਿਗਨੇਚਰ ਹੈ, ਠੀਕ ਹੈ। ਤਾਂ ਜਿੰਨੇ ਵੀ ਕੰਪਨੀਜ਼ ਹੋਣਗੇ, ਜਿੰਨੇ ਵੀ ਉਹਨਾਂ ਦੇ ਡਾਇਰੈਕਟਰਸ ਹੋਣਗੇ, ਉਹਨਾਂ ਦੇ ਅਲੱਗ-ਅਲੱਗ ਕੀ ਹੋਣਗੇ, ਡਿਜੀਟਲ ਸਿਗਨੇਚਰਸ ਹੋਣਗੇ। ਤਾਂ ਹੁਣ ਮੰਨ ਲਓ ਕੋਈ ਪਰਸਨ ਕਿਤੇ ਵੀ ਬੈਠਾ ਹੈ, ਬਟ ਉਸਨੇ ਕੀ ਕਰਨਾ ਹੈ, ਆਪਣਾ ਫੋਰਮ, ਆਪਣੀ GST ਰਿਟਰਨ, ਆਪਣੀ IT ਰਿਟਰਨ ਸਬਮਿਟ ਕਰਨੀਆਂ ਨੇ। ਤਾਂ ਸਿੰਪਲੀ ਕੀ ਕਰੂਗਾ, ਆਪਣਾ ਡਿਜੀਟਲ ਸਿਗਨੇਚਰ ਪਾ ਦੂਗਾ, ਮਤਲਬ ਕਿ ਇਹ ਨੰਬਰ ਪਾ ਦੂਗਾ, ਜਾਂ ਫਿਰ ਉਹ ਕਿਸੇ ਨੂੰ ਕੀ ਹੈ ਦੇ ਦੂਗਾ ਜਿਸ ਨੂੰ ਉਹਨੇ ਮਤਲਬ ਕਿ ਪਵਾਉਣਾ ਹੈ। ਤਾਂ ਉਸਦਾ ਕੋਈ ਸਾਈਨ ਸੂਈਨ ਦੀ ਲੋੜ ਨਹੀਂ ਨਾ ਪਈ, ਉਸ 'ਤੇ ਸਿਰਫ ਕੀ ਹੋਈ, ਇੱਕ ਨੰਬਰ ਦੀ ਲੋੜ ਪਈ ਆਪਾਂ ਨੂੰ। ਤਾਂ ਇਸ ਤਰ੍ਹਾਂ ਨਾਲ ਹੀ ਆਪਾਂ ਕਹਿੰਦੇ ਵੀ ਕੰਪਨੀ ਐਕਟ 2013 ਦੇ ਵਿੱਚ ਕੀ ਕਰ ਦਿੱਤਾ ਗਿਆ, ਡਾਇਰੈਕਟਰਸ ਨੂੰ ਕੰਪਲਸਰੀ ਕਰ ਦਿੱਤਾ ਗਿਆ ਵੀ ਉਹਨਾਂ ਕੋਲ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਡਿਜੀਟਲ ਸਿਗਨੇਚਰ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਆਪਣੇ ਨੋਰਮਲ ਸਾਈਨਸ ਨਾਲੋਂ ਕਿਹੜੇ ਸਾਈਨਸ ਯੂਜ਼ ਕਰੋ, ਡਿਜੀਟਲ ਸਿਗਨੇਚਰ ਸਾਈਨ ਯੂਜ਼ ਕਰੋ। ਜਿਹੜੇ ਡਿਜੀਟਲ ਸਿਗਨੇਚਰਸ ਨੇਗੇ, ਜਿਹੜੇ ਮਤਲਬ ਕਿ ਸਾਈਨਸ ਨੇ, ਇਹ ਮਾਰਕੀਟ ਦੇ ਵਿੱਚੋਂ ਮਿਲਦੇ ਨੇ। ਇਹ ਕਿਸ ਤਰ੍ਹਾਂ ਨਾਲ ਹੁੰਦਾ, ਇੱਕ ਮਤਲਬ ਕਿ ਜਿਵੇਂ ਪੈਨ ਡਰਾਈਵ ਦੀ ਸ਼ੇਪ ਹੁੰਦੀ ਹੈ ਨਾ, ਇਸ ਤਰ੍ਹਾਂ ਦੀ ਇਹਨਾਂ ਦੀ ਸ਼ੇਪ ਹੁੰਦੀ ਹੈ। ਇਸ ਦੇ ਵਿੱਚ ਹੀ ਕੀ ਹੁੰਦਾ ਹੈ, ਪਿਨ ਨੰਬਰ ਹੁੰਦਾ ਹੈ। ਜੇ ਹੁਣ ਮੰਨ ਲਓ ਕਿਸੇ ਇਨਫੋਸਿਸ ਦੇ ਕੰਪਨੀ ਨੇ ਆਪਣਾ ਲੈਣਾ ਹੈ, ਤਾਂ ਉਹ ਕਿਸੇ ਵੈਂਡਰ ਨਾਲ ਕੰਟੈਕਟ ਕਰੂਗਾ, ਤਾਂ ਉਹ ਉਸਨੂੰ ਇੱਕ ਇਹੋ ਜਿਹਾ ਨੰਬਰ ਅਸਾਈਨ ਕਰੂਗਾ, ਇੱਕ ਇਹੋ ਜਿਹੀ ਦਊਗਾ ਜਿਸ ਦਾ ਰੇਟ ਕਿੰਨਾ ਹੁੰਦਾ, 1000 to 2000 ਹੁੰਦਾ। ਅਤੇ ਉਹ ਪਰਸਨ ਇਸ ਨੂੰ ਕਿ 1 ਤੋਂ 2 ਸਾਲ ਦੇ ਵਿੱਚ ਕੀ ਹੈ, ਯੂਜ਼ ਕਰ ਸਕਦਾ ਹੁੰਦਾ। ਅਤੇ ਯੂਜ਼ ਸਿਰਫ ਕੌਣ ਕਰੂਗਾ, ਜਿਸ ਪਰਸਨ ਨੂੰ ਇਹ ਦਿੱਤਾ ਜਾਊਗਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ, ਬਟ ਜੇ ਨਹੀਂ ਆਏਗਾ ਪਲੀਜ਼ ਕਮੈਂਟ ਕਰਕੇ ਦੱਸਿਓ। ਥੈਂਕ ਯੂ।